कल रात को जिस तरीके से हालात बिगड़े, इनकी पूरी टीम भी कल रात को सोई नहीं है और इन्होंने जो मेहनत करी है बिना किसी मेडिकल ट्रीटमेंट के, चाहे वो मालिश करने का काम हो, ये पूरी रात ये जगे रहे हैं, पूरे एक्टिव रहे हैं। तो मैं सबसे पहले निवेदन करूंगा जो कल की जो पूरी स्थिति है, पूरी किस तरीके से स्थिति बिगड़ी, उसके बारे में डॉक्टर अवतार जी हैं, वो जरा विस्तार से अपनी बात रखें समय लेके। डॉक्टर अवतार सिंह। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਮੈਂ ਪ੍ਰੈਸ ਦਾ ਧੰਨਵਾਦ ਕਰਦਾ ਵਾਂ। तो तीर बोलिए। ਬਾਕੀ ਮੈਂ ਅਵਤਾਰ ਸਿੰਘ, ਟੀਮ ਲੀਡਰ ਡਾਕਟਰ ਸਵੈਮਾਨ। ਜਿੱਦਾਂ ਕੱਲ ਦਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦਾ ਜੋ ਕੱਲ ਉਹਨਾਂ ਦੀ ਸਥਿਤੀ ਵਿਗੜੀ, ਇੱਕ ਵਾਰੀ ਤਾਂ ਲੱਗਦਾ ਸੀ ਵੀ ਜਿਵੇਂ ਉਹ ਆਪਣਾ ਸਾਥ ਛੱਡ ਕੇ, ਕਿਉਂਕਿ ਉਹ ਅੱਧਾ ਪੌਣਾ ਘੰਟਾ ਉਹਨਾਂ ਕੋਈ ਰਿਸਪੌਂਡ ਨਹੀਂ ਦਿੱਤਾ। ਆਪਣਾ ਜਿਹੜਾ ਮੋਨੀਟਰ ਸੀ ਉਹਦੇ ਵਿੱਚ ਵੀ ਉਹਨਾਂ ਦੀ ਰੀਡਿੰਗ ਉਹਨੂੰ ਮਤਲਬ ਬੰਦ ਹੋ ਗਈ ਸੀ, ਇੰਨਾ ਜ਼ਿਆਦਾ ਉਹਨਾਂ ਦਾ ਬਲੱਡ ਪ੍ਰੈਸ਼ਰ ਜਿਹੜਾ ਸਕਿਪ ਹੋ ਗਿਆ ਸੀ। ਸੋ ਬਹੁਤ ਜ਼ਿਆਦਾ ਡਰ ਗਏ ਹਾਂ ਵੀ ਹੁਣ ਕੀ ਕਰੀਏ, ਕਿਉਂਕਿ ਜਿਵੇਂ ਮੰਨ ਲਓ ਵੀ ਇੱਕ ਹਥਿਆਰਾਂ ਤੋਂ ਬਿਨਾ ਸੋਲਜਰ ਨੂੰ ਲੜਨ ਵਾਲਾ ਕੰਮ ਸੀ, ਕਿਉਂਕਿ ਕੋਈ ਟ੍ਰੀਟਮੈਂਟ ਨਹੀਂ ਸੀ ਕਰਨਾ ਕੋਈ। ਉਹਨਾਂ ਨੇ ਸਾਰਾ ਪ੍ਰਧਾਨ ਜੀ ਉਹਨਾਂ ਨੇ ਖੁਦ ਸਾਨੂੰ ਕਿਹਾ ਵੀ ਕੋਈ ਵੀ ਤੁਹਾਡੇ ਸਾਹਮਣੇ ਮੇਰੀ ਜਾਨ ਨਿਕਲ ਜੇ, ਤੁਸੀਂ ਕੋਈ ਮੇਰਾ ਟ੍ਰੀਟਮੈਂਟ ਨਹੀਂ ਕਰਨਾ। ਸੋ ਉਹਦੇ ਕਰਦਿਆਂ ਵੀ ਉਹਨਾਂ ਦਾ ਜਿਵੇਂ ਉਹਨਾਂ ਦਾ ਇੰਨਾ ਜ਼ਿਆਦਾ ਹੁਣ ਸਰੀਰ ਡਾਊਨ ਹੋ ਗਿਆ। ਅੱਗੇ ਥੋੜੀ ਜਿਹੀ ਐਕਟੀਵਿਟੀ ਕਰਦੇ ਸੀ ਜਾਂ ਕੋਈ ਕੱਪੜੇ ਚੇਂਜ ਕਰਨ ਲੱਗਿਆ ਉਹਨਾਂ ਦੇ ਜਿਵੇਂ ਚੱਕਰ ਆਉਂਦੇ ਸੀ ਜਾਂ ਉਹਨਾਂ ਦਾ ਬਲੱਡ ਪ੍ਰੈਸ਼ਰ ਲੋ ਹੁੰਦਾ ਸੀ। ਕੱਲ ਉਹਨਾਂ ਦਾ ਲੰਮੇ ਪਿਆਂ ਹੀ ਉਹਨਾਂ ਨੂੰ ਵੋਮਟਿੰਗ ਆਈ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਲੋ ਹੋ ਗਿਆ, ਬਹੁਤ ਜ਼ਿਆਦਾ ਸਿਹਤ ਡਾਊਨ ਹੋ ਗਈ। ਡਾਕਟਰ ਸਵੈਮਾਨ ਜੀ ਵੀ ਸਾਡੇ ਨਾਲ ਸਾਰੀ ਰਾਤ ਫੋਨ ਤੇ ਬਣੇ ਰਹੇ, ਸਾਡੀ ਸਾਰੀ ਟੀਮ ਉਹਨਾਂ ਦੇ ਲਾਗੇ ਬੈਠੀ ਰਹੀ। ਜਦੋਂ ਵੀ ਉਹਨਾਂ ਦੀਆਂ ਲੱਤਾਂ ਥੋੜੀਆਂ ਜਿਵੇਂ ਉਹਨਾਂ 1.5-2 ਫੁੱਟ ਉਹਨਾਂ ਦੀਆਂ ਲੱਤਾਂ ਸਿਰ ਤੋਂ ਉੱਪਰ ਕਰਦੇ ਹਾਂ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਸਹੀ ਰਹਿੰਦਾ ਸੀ। ਜਦੋਂ ਥੋੜਾ ਜਿਹਾ ਵੀ ਨੀਵਾਂ ਕਰਦੇ ਹਾਂ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਬਿਲਕੁਲ ਉਹਨਾਂ ਦਾ ਮਤਲਬ ਲੋ ਆਉਣਾ ਸ਼ੁਰੂ ਹੋ ਜਾਂਦਾ। ਇੰਨੀ ਜ਼ਿਆਦਾ ਉਹਨਾਂ ਦੀ ਸਿਹਤ ਡਾਊਨ ਹੋ ਗਈ ਆ। ਹੁਣ ਵੀ ਅੱਜ ਵੀ ਮਤਲਬ ਹੁਣ ਵੀ ਆਪਣੀ ਟੀਮ ਉਹਨਾਂ ਦੇ ਲਾਗੇ ਬੈਠੀ ਆ। ਹੁਣ ਵੀ ਉਹਨਾਂ ਦੀਆਂ ਲੱਤਾਂ ਮਤਲਬ ਸਿਰ ਦੇ ਨਾਲੋਂ 1.5 ਫੁੱਟ ਉੱਪਰ ਮਤਲਬ ਰੱਖੀਆਂ ਵਾ, ਫਿਰ ਜਾ ਕੇ ਉਹਨਾਂ ਦਾ ਜਿਹੜਾ ਬਲੱਡ ਪ੍ਰੈਸ਼ਰ ਆ ਉਹ ਸਟੇਬਲ ਨਹੀਂ ਮੈਂ ਕਹਿ ਸਕਦਾ, ਕਿਉਂਕਿ ਅਜੇ ਵੀ ਕਦੀ ਮਤਲਬ 90 ਤੋਂ ਥੱਲੇ ਚੱਲ ਜਾਂਦਾ ਵਾ, ਹਨਾ। ਤੇ ਬਹੁਤ ਜ਼ਿਆਦਾ ਸਿਹਤ ਡਾਊਨ ਆ। ਮੈਂ ਮਤਲਬ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਵੀ ਸਾਡੀ ਟੀਮ ਵੱਲੋਂ ਪੂਰਾ ਮਤਲਬ ਉਹਨਾਂ ਦੀ ਜਿੰਨੀ ਵੀ ਬਿਨਾਂ ਮੈਡੀਸਨ ਤੋਂ ਮਿਹਨਤ ਅਸੀਂ ਕਰ ਰਹੇ ਹਾਂ। ਸੋ ਫਿਰ ਵੀ ਉਹਨਾਂ ਦੀ ਸਿਹਤ ਦਿਨੋਂ ਦਿਨ ਵਿਗੜਦੀ ਜਾ ਰਹੀ ਆ। ਅੱਜ ਮੈਂ ਇਹ ਕਹਿਣਾ ਚਾਹੁੰਦਾ ਵਾਂ ਵੀ ਸਿਹਤ ਉਹਨਾਂ ਦੀ ਬਹੁਤ ਜ਼ਿਆਦਾ ਡਾਊਨ ਆ, ਕਿਸੇ ਟਾਈਮ ਵੀ ਕੁਝ ਵੀ ਹੋ ਸਕਦਾ ਵਾ। ਮੈਂ ਨਾ ਵੀ ਉਹਨਾਂ ਦੀ ਬਾਤਚੀਤ ਕਰਕੇ, ਉਹਨਾਂ ਨਾਲ ਕੋਈ ਗੱਲਬਾਤ ਕਰਕੇ ਇਸ ਜਿਹੜਾ ਮਸਲੇ ਦਾ ਹੱਲ ਕੀਤਾ ਜਾਵੇ, ਨਹੀਂ ਤੇ ਪ੍ਰਧਾਨ ਜੀ ਦੀ ਜਿਹੜੀ ਸਿਹਤ ਆ ਉਹ ਉਸੇ ਹੁਣ ਪਤਾ ਨਹੀਂ ਆਪਾਂ ਨੂੰ ਹੁਣੇ ਆਵਾਜ਼ ਵਾਜੇ ਵੀ ਉਹਨਾਂ ਦੀ ਸਿਹਤ ਇੰਨੀ ਜ਼ਿਆਦਾ ਡਾਊਨ ਹੋ ਗਈ ਆ। ਸੋ ਬਹੁਤ ਜ਼ਿਆਦਾ ਉਹਨਾਂ ਦੀ ਸਿਹਤ ਡਾਊਨ, ਕਿਸੇ ਟਾਈਮ ਵੀ ਕੁਝ ਵੀ ਹੋ ਸਕਦਾ ਵਾ। ਸੋ ਧੰਨਵਾਦ। हम दोनों फोरमों की तरफ से और डॉक्टर स्वाईमान जी की मेडिकल टीम का और जो सरकारी डॉक्टरों की भी टीम यहाँ मौजूद रही है और डॉक्टर अवतार सिंह जी के साथ ही कोऑर्डिनेट करके वो पूरी मॉनिटरिंग वो भी कर रहे हैं। हम पूरी टीम का दोनों फोरमों की तरफ से विशेष धन्यवाद भी करते हैं। ना ये दिन देखते ना ये रात देखते, पूरी नज़र बनाए हुए हैं। और जैसा उन्होंने कहा, जगजीत सिंह डल्लेवाल जी की बिल्कुल स्पष्ट और विशेष हिदायत है कि किसी भी तरीके की मुझे मेडिकल ट्रीटमेंट नहीं देनी है, लेकिन उसके बावजूद ये मॉनिटरिंग पूरे 24 घंटे करने का काम कर रहे हैं, दिन रात एक कर रहे हैं। इनका जो संघर्ष, जो इनका मेहनत है, उसके लिए हम विशेष तौर पे इनके हम सदैव ऋणी रहेंगे। और साथियों, एक बात आज हर किसान के मन में है पूरे देश के अंदर कि जो वायदे अलग अलग सरकारों ने अलग अलग समयों पे किए थे, उन वायदों को पूरा कराने के लिए एक 68 वर्षीय किसान नेता जो कैंसर से पीड़ित हैं, उनको 43 दिन हो गए हैं बगैर कुछ खाए हुए, पानी के अलावा कुछ पिए हुए। लेकिन जो हमारे देश के मुखिया हैं, जो हमारे देश के प्रधानमंत्री हैं, उनका दिल फिर भी नहीं पसीज रहा। एक प्रधानमंत्री के तौर पे, एक इंसान के तौर पे, नैतिकता के नाते, इंसानियत के नाते उनको इस स्थिति के ऊपर गंभीरता से विचार करना चाहिए। जिस तरीके से 4 जनवरी को सरदार जगजीत सिंह डल्लेवाल जी के एक आह्वान पे लाखों लोग यहां पहुंचे थे, परमात्मा ना करे अगर सरदार जगजीत सिंह डल्लेवाल जी के साथ कुछ अनहोनी हो गई तो शायद फिर केंद्र सरकार के भी कंट्रोल में स्थिति नहीं रहेगी। केंद्र सरकार को यह प्रयास करना चाहिए
कि स्थिति वहां तक ना जाए। अगर सरदार जगजीत सिंह डल्लेवाल जी को कुछ होता है तो वर्तमान सरकार के कार्यकाल के ऊपर एक ऐसा धब्बा लग जाएगा जिसको शायद वे कभी साफ नहीं कर पाएंगे, और वो भी नहीं चाहते होंगे कि ऐसा धब्बा उनके ऊपर लगे। ऐसी चीज कभी अंग्रेजों के समय भी नहीं हुई, आजादी के बाद भी नहीं हुई कि कोई व्यक्ति इतने बड़े जन समर्थन के साथ आमरण अनशन पे बैठा हो और सरकार उनकी बातों की तरफ कोई गौर नहीं कर रही। दूसरी बात, देश से लगातार जन समर्थन हमें मिल रहा है। कल महाराष्ट्र के अकोला से एक किसान संगठन के प्रतिनिधि आए थे और उन्होंने अपने अकोला जिले से 30,000 लोगों के हस्ताक्षर कराए हैं एमएसपी गारंटी कानून के समर्थन में। कल महाराष्ट्र से एक बहुत पुराने लीडर अनिल घनवट जी, शेतकारी संगठन के प्रधान, वो भी अपने पूरे डेलीगेशन के साथ आए थे, आज भी अभी यही हैं, और उन्होंने विशेष तौर पे ये कहा है कि आगे सरदार जगजीत सिंह डल्लेवाल जी की तरफ से जो भी संदेश आएगा उसको महाराष्ट्र में वो अपनी कैपेसिटी के अनुसार लागू करेंगे। और अंतिम बात साथियों, मैं ये कहना चाह रहा हूं कि दोनों फोरमों ने जैसे कार्यक्रम दिया, 10 जनवरी को सरदार जगजीत सिंह डल्लेवाल जी के समर्थन में, एमएसपी गारंटी कानून के समर्थन में और वर्तमान सरकार की तानाशाही भरी नीतियों के खिलाफ मोदी सरकार के पुतले गांव-गांव में जलाए जाएंगे। हमारा दोनों फोरमों की तरफ से सभी देशवासियों को यह हाथ जोड़ के प्रार्थना है, निवेदन है कि सरदार जगजीत सिंह डल्लेवाल जी आज पूरे देश के किसानों के भविष्य को बचाने की लड़ाई लड़ रहे हैं। सड़क से लेकर संसद तक एमएसपी गारंटी कानून के मुद्दे की गूंज है। सरदार जगजीत सिंह डल्लेवाल जी अपने शरीर पे कष्ट झेल रहे हैं ताकि आने वाली पीढ़ी का भविष्य बच सके। 10 तारीख को पूरे भारत में ऐसा कोई गांव नहीं होना चाहिए जहां पे मोदी सरकार के पुतले ना जलें, ताकि सरकार को भी यह पता लग जाए कि पूरे देश के गांव-गांव में सरदार जगजीत सिंह डल्लेवाल जी की आवाज पहुंच चुकी है और अब इस आवाज को अनदेखा करना केंद्र सरकार के लिए बड़ा नुकसानदायक होगा। 13 तारीख को देश भर में जो नई खेती नीति के ड्राफ्ट जो लाए गए हैं, उस ड्राफ्ट को गांव के सतर पे उस ड्राफ्ट की कॉपी को जलाने का कार्यक्रम है दोनों फोरमों के द्वारा। और 26 तारीख को 26 जनवरी को देश भर में किसानों के ट्रैक्टर सड़कों पर होंगे। जो उस कार्यक्रम का प्रारूप होगा, हमारे दोनों फोरमों की लीडरशिप उस प्रारूप को बड़े विस्तार के साथ आने वाले समय में देशवासियों के सामने रखेगी, ताकि ज्यादा से ज्यादा प्रभावी ढंग से उस कार्यक्रम को लागू किया जा सके। लेकिन यह मैं क्लियर कर दूं, आज दोनों फोरमों ने मीटिंग करके दोनों मोर्चों की यह सहमति बनी है कि 26 जनवरी को देश भर में किसानों के ट्रैक्टर हैं वो अपने घरों से निकलकर सड़कों पे होंगे। उस कार्यक्रम का क्या प्रारूप होगा वो आने वाले 3-4 दिनों में दोनों फोरमों के नेता आप सबके सामने रखेंगे। ट्रैक्टर मार्च है नहीं, अब मैं ये स्पष्ट कर दूं, अभी कोई उसका प्रारूप अभी हम डिस्कस कर रहे हैं। कोई मार्च का प्रारूप नहीं होगा इस तरीके से। वो किस तरीके से प्रारूप होगा उसको आने वाले 3-4 दिनों में हम क्लियर कर देंगे। लेकिन किसानों के ट्रैक्टर सड़कों पे होंगे, ये जरूर हमने क्लियर कर लिया है। मेरा निवेदन है आगे आदरणीय जसबीर सिंह सिद्धूपुर जी, बीकेयू एकता सिद्धूपुर के सीनियर वाइस प्रेसिडेंट, वो भी अपनी बात रखें। वाहेगुरु जी का खालसा वाहेगुरु जी की फतेह। ਇਹ ਜਿਹੜੀਆਂ ਮੰਗਾਂ ਵਾਸਤੇ ਸਾਡੇ ਪ੍ਰਧਾਨ ਜੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੇ ਮਰਨ ਵਰਤ ਸ਼ੁਰੂ ਕਰਿਆ, ਇਹ ਕੋਈ ਮੰਗਾਂ ਹੁਣੇ ਕੋਈ ਨਵੀਆਂ ਨਹੀਂ ਹੈਗੀਆਂ। ਇਸ ਬੀਜੇਪੀ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੇ ਜਿਹੜੀਆਂ ਲਾਗੂ ਕਰਨ ਦੀ ਗੱਲ ਹੋਈ ਸੀ, ਲਾਗੂ ਨਹੀਂ ਕਰੀਆਂ ਗਈਆਂ। ਉਹ ਲਾਗੂ ਕਰਾਉਣ ਲਈ ਹੀ ਆਪਾਂ ਸਾਰੇ ਕਿਸਾਨ ਦਿੱਲੀ ਆਪਣੀ ਹੀ ਰਾਜਧਾਨੀ ਦੇ ਵਿੱਚ ਜਾ ਰਹੇ ਸੀ ਕਿ ਮੰਗਾਂ ਲਾਗੂ ਹੋ ਜਾਣ। ਜਦੋਂ ਅਸੀਂ ਹਰਿਆਣੇ ਦੀ ਹੱਦ ਤੇ ਹੀ ਹਲੇ ਗਏ ਸੀ,
ਉਦੋਂ ਸਾਡੇ ਤੇ ਕਿਸ ਤਰ੍ਹਾਂ ਗੋਲੀਆਂ ਤੇ ਅਥਰੂ ਗੈਸ ਦੇ ਗੋਲੇ ਬਰਸਾਏ ਗਏ, ਸਾਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ। ਸਾਰਾ ਕੁਝ ਦੇਖਦੇ ਹੋਏ ਇੰਨੇ ਮਹੀਨੇ ਬੈਠਣ ਦੇ ਬਾਵਜੂਦ ਸਾਡੇ ਪ੍ਰਧਾਨ ਜੀ ਜਗਜੀਤ ਸਿੰਘ ਡੱਲੇਵਾਲ ਨੇ ਜਦੋਂ ਇਹ ਸੋਚਿਆ ਕਿ ਸਾਡਾ ਹੁਣ ਹੋਰ ਕੋਈ ਚਾਰਾ ਨਹੀਂ, ਇਹਨੂੰ ਇੱਕ ਸ਼ਾਂਤੀਪੂਰਵਕ ਢੰਗ ਨਾਲ ਇਸ ਤਰ੍ਹਾਂ ਇਹ ਘੋਲ ਲੜਿਆ ਜਾਊਗਾ ਮਰਨ ਵਰਤ ਦੇ। ਸਾਡੇ ਪ੍ਰਧਾਨ ਜੀ ਜਗਜੀਤ ਸਿੰਘ ਡੱਲੇਵਾਲ, ਮੇਰੇ ਤਾਜ ਸਰਦਾਰ ਪਿਸ਼ੌਰਾ ਸਿੰਘ ਜਿਹੜੇ ਪਹਿਲੇ ਪ੍ਰਧਾਨ ਸੀ, ਉਹਨਾਂ ਦੀ ਜਦੋਂ 26 ਮਾਰਚ 2017 ਨੂੰ ਉਹਨਾਂ ਨੂੰ ਸ਼ਮਸ਼ਾਨ ਘਾਟ ਵੱਲ ਲਈ ਜਾਂਦੇ ਸੀ, ਅਸੀਂ ਸਾਰੀ ਡੱਲੇਵਾਲ ਸਾਹਿਬ ਅਸੀਂ ਵਿੱਚੇ ਸਾਰੇ ਨਾਅਰੇ ਲਾਉਂਦੇ ਸੀ, ਪਿਸ਼ੌਰਾ ਸਿਆਂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਪਿਸ਼ੌਰਾ ਸਿਆਂ ਤੇਰੇ ਕੰਮ ਅਧੂਰੇ ਲਾ ਕੇ ਜਿੰਦੜੀਆਂ ਕਰਾਂਗੇ ਪੂਰੇ। ਸਾਡੇ ਪ੍ਰਧਾਨ ਜੀ ਜਗਜੀਤ ਸਿੰਘ ਡੱਲੇਵਾਲ ਉਹੀ ਪਨ ਨਿਭਾ ਰਹੇ ਨੇ, ਉਹਨੂੰ ਪੂਰਾ ਕਰਦੇ ਆ। ਇਸ ਤਰ੍ਹਾਂ ਇਹ ਕਿਸੇ ਲੀਡਰ ਦੇ ਹਿੱਸੇ ਆਉਂਦਾ ਜਿਹੜੇ ਇਸ ਤਰ੍ਹਾਂ ਦ੍ਰਿੜ ਹੋਣ, ਇਸ ਤਰ੍ਹਾਂ ਆਪਣਾ ਜਜ਼ਬੇ ਤੇ ਹੋਣ ਤੇ ਇਸ ਤਰ੍ਹਾਂ ਕਰਕੇ ਵਿਖਾਉਣ। ਮੈਂ ਆਮ ਲੋਕਾਂ ਨੂੰ ਇਹ ਗੱਲ ਕਹਿਣਾ ਕਿ ਜਦੋਂ 30 ਤਰੀਕ ਨੂੰ ਸਾਡੇ ਪ੍ਰਧਾਨ ਜੀ ਇਸ ਇੱਥੋਂ ਇੱਕ ਕਾਲ ਗਈ ਆ ਕਿ ਆਪਾਂ 30 ਦਸੰਬਰ ਨੂੰ ਪੰਜਾਬ ਬੰਦ ਕਰਨਾ, ਤਾਂ ਛੋਟੇ ਦੁਕਾਨਦਾਰ ਕਾਰੋਬਾਰੀ ਜਿੰਨੇ ਵੀ ਸਮੁੱਚਾ ਪੰਜਾਬ ਉਸ ਦਿਨ ਬੰਦ ਹੋਇਆ, ਹਰ ਦੁਕਾਨ ਬੰਦ ਹੋਈ ਆ, ਪੰਜਾਬ ਪੂਰਨ ਤੌਰ ਤੇ ਬੰਦ ਹੋਇਆ। ਫਿਰ 4 ਤਰੀਕ ਦੀ ਕਾਲ ਆਈ ਕਿ ਇੱਥੇ ਮਹਾਂ ਪੰਚਾਇਤ ਦਾ ਇਕੱਠ ਕਰਨਾ। 4 ਜਨਵਰੀ ਨੂੰ ਉਹ ਇਕੱਠ ਭਰਪੂਰ ਹੋਇਆ। ਤਾਂ ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ। 10 ਜਨਵਰੀ ਨੂੰ ਦੇਸ਼ ਭਰ ਦੇ ਵਿੱਚ ਪਿੰਡ ਦੇ ਵਿੱਚ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਤੇ 26 ਜਨਵਰੀ ਨੂੰ ਟਰੈਕਟਰ ਸੜਕਾਂ ਤੇ ਹੋਣਗੇ। ਵੱਡਾ ਐਲਾਨ ਖਨੌਰੀ ਮੋਰਚੇ ਤੋਂ ਕੀਤਾ ਗਿਆ ਹੈ। ਕਿਸਾਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਦੇ ਵਿੱਚ ਅਭਿਮਨਿਊ ਕੁਹਾੜ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਅਤੇ MSP ਗਾਰੰਟੀ ਕਾਨੂੰਨ ਦੀ ਮੰਗ ਨੂੰ ਲੈ ਕੇ 10 ਜਨਵਰੀ ਨੂੰ ਪਿੰਡ ਦੇ ਵਿੱਚ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਇਸ ਦੇ ਨਾਲ ਹੀ ਨਵਾਂ ਪ੍ਰੋਗਰਾਮ ਵੀ ਦੇ ਦਿੱਤਾ ਗਿਆ। 26 ਜਨਵਰੀ ਨੂੰ ਦੇਸ਼ ਭਰ ਦੇ ਵਿੱਚ ਕਿਸਾਨਾਂ ਦੇ ਟਰੈਕਟਰ ਸੜਕਾਂ ਤੇ ਹੋਣਗੇ। ਹਾਲਾਂਕਿ ਕੀ ਰੂਪ ਰੇਖਾ ਹੋਵੇਗੀ ਇਸ ਟਰੈਕਟਰ ਮਾਰਚ ਦੀ, ਕੀ ਇਹ ਟਰੈਕਟਰ ਮਾਰਚ ਹੋਏਗਾ ਜਾਂ ਫਿਰ ਜਾਮ ਹੋਏਗਾ ਜਾਂ ਫਿਰ ਪਰੇਡ ਹੋਏਗੀ, ਇਹ ਹਾਲੇ ਸਪਸ਼ਟ ਨਹੀਂ ਕੀਤਾ ਗਿਆ। ਪਰ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਟਰੈਕਟਰ ਸੜਕਾਂ ਤੇ ਹੋਣਗੇ 26 ਜਨਵਰੀ ਨੂੰ ਤੇ ਨਾਲ ਹੀ 10 ਜਨਵਰੀ ਨੂੰ ਦੇਸ਼ ਭਰ ਦੇ ਵਿੱਚ ਪਿੰਡ ਦੇ ਵਿੱਚ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਦੱਸ ਦਈਏ ਕਿ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ 43ਵਾਂ ਦਿਨ ਹੈ ਤੇ ਦੇਰ ਰਾਤ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਸੀ, ਬੇਹੋਸ਼ ਹੋ ਗਈ ਸੀ, ਪਰ ਹਾਲੇ ਵੀ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ ਹੈ ਤੇ ਮੈਡੀਕਲ ਟ੍ਰੀਟਮੈਂਟ ਉਹਨਾਂ ਦੇ ਵੱਲੋਂ ਨਹੀਂ ਲਿਆ ਜਾ ਰਿਹਾ। ਤੇ ਇਸੇ ਦੇ ਵਿਚਾਲੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਖਨੌਰੀ ਅਤੇ ਸ਼ੰਭੂ ਦੋਵਾਂ ਫੋਰਮਾਂ ਦੇ ਵੱਲੋਂ ਇਹ ਸਾਂਝਾ ਪ੍ਰੋਗਰਾਮ ਦਿੱਤਾ ਗਿਆ ਹੈ। 10 ਜਨਵਰੀ ਨੂੰ ਪਿੰਡ ਦੇ ਵਿੱਚ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣਗੇ, ਇਹ ਐਲਾਨ ਕੀਤਾ ਗਿਆ ਹੈ।